ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧि ਸਮਝਾਵੋ। हम अज्ञान अल्प मत थोड़ी तुम आपन बिरद रखावो। तुमरी शरण तुम्हारी आसा तुम ही सजन सुहेले। राखो राखणार दयाला नानक करके गोले। जी राखो राखणार दयाला नानक करके गोले। वाहिगुरु जी का खालसा वाहिगुरु जी की फतेह। परम सत्कारयोग गुरु प्यारी गुरु रूप साध संगत जीओ। आप सारे माई भाई ਵੱਡੇ ਭਾਗਾਂ ਵਾਲੇ ਹੋ। ਰੋਜ਼ਾਨਾ ਹੀ ਅੰਮ੍ਰਿਤ ਵੇਲੇ ਜਾਗ ਕੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਨਿਤਨੇਮ ਦੀ ਬਾਣੀਆਂ ਕੀਰਤਨ ਦੇ ਰੂਪ ਵਿੱਚ ਸੰਗਤੀ ਰੂਪ ਵਿੱਚ ਬੈਠ ਕੇ ਆਪਣੇ ਜੀਵਨ ਦੇ ਮਨੋਰਥ ਨੂੰ ਆਪ ਜੀ ਸਫਲਾ ਕਰ ਰਹੇ ਹੋ। ਆਓ ਸਮਾਂ ਹੈ ਗੁਰਬਾਣੀ ਵਿਚਾਰ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰਨ, ਮਿਹਰ ਭਰਿਆ ਹੱਥ ਰੱਖਣ। ਆਪ ਹੀ ਕਿਰਪਾ ਰਹਿਮਤ ਭਰਿਆ ਹੱਥ ਰੱਖ ਕੇ ਸਤਿਗੁਰੂ ਪਾਵਨ ਪਵਿੱਤਰ ਸੇਵਾ ਆਪ ਸੁਚੱਜੇ ਢੰਗ ਨਾਲ ਕਰਾਉਣ ਦੀ ਬਖਸ਼ਿਸ਼ ਕਰਨ। ਵਿਚਾਰ ਆਰੰਭ ਹੋਣ ਤੋਂ ਪਹਿਲਾਂ ਸਾਰੇ ਮਾਈ ਭਾਈ ਮਨ ਬਿਰਤੀ ਨੂੰ ਇਕਾਗਰ ਕਰੀਏ। ਹਿਰਦੇ ਦੇ ਰੂਪ ਗਹਿਰਾਈਆਂ ਵਿੱਚੋਂ, ਮਨ ਦੀ ਗਹਿਰਾਈਆਂ ਵਿੱਚੋਂ ਕਹਿਣ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ। ਸਤਿਗੁਰੂ ਨੇ ਰਹਿਮਤ ਕਰਕੇ 8 ਪੌੜੀਆਂ ਦੀ ਵਿਚਾਰ ਸਤਿਗੁਰੂ ਨੇ ਸੇਵਾ ਲਈ ਹੈ। ਇਹ ਗੁਰੂ ਦਾ ਤਰਸ ਹੈ। ਆਓ 9ਵੀਂ ਪੌੜੀ ਧੰਨ ਗੁਰੂ ਨਾਨਕ ਪਾਤਸ਼ਾਹ ਜੋ ਆਪਣੇ ਸਿੱਖਾਂ ਨੂੰ ਇਸ ਬਾਣੀ ਰਾਹੀਂ ਸਤਿਗੁਰੂ ਦੇ ਅਮੋਲਕ ਬਚਨ ਜੋ ਸਾਨੂੰ ਸੱਚਖੰਡ ਦੀ ਯਾਤਰਾ ਕਰਾਉਣ ਵਾਸਤੇ ਇਹ ਸਹਾਇਕ ਹੁੰਦੀਆਂ ਨੇ ਪੌੜੀਆਂ। ਜਿਸ ਤਰ੍ਹਾਂ ਕਿਸੇ ਛੱਤ 'ਤੇ ਜਾਣਾ ਹੋਵੇ, ਪੌੜੀਆਂ ਜਾਂ ਕਿਸੇ ਚੀਜ਼ ਦਾ ਸਹਾਰਾ ਲਈਦਾ ਹੈ। ਇਸੇ ਤਰ੍ਹਾਂ ਇਹ ਦਰ ਜਿਉਂ-ਜਿਉਂ ਪੌੜੀ 'ਤੇ ਅਸੀਂ ਸਟੈਪ ਰੱਖਾਂਗੇ, ਦੁਨਿਆਵੀ ਪੌੜੀ 'ਤੇ ਪੈਰ ਰੱਖੀਦਾ ਅਤੇ ਉਹ ਮੰਜ਼ਿਲ ਫਿਰ ਉੱਤੇ ਵਾਲੀ ਕੋਲ ਹੋਈ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਪੌੜੀ ਦਰ ਪੌੜੀ ਅਸੀਂ ਸਮਝਣ ਦਾ ਯਤਨ ਕਰਾਂਗੇ ਅਤੇ ਸਾਨੂੰ ਸੱਚਖੰਡ ਦੀ ਯਾਤਰਾ ਵਿੱਚ ਇਹ ਚੀਜ਼ਾਂ ਸਹਾਇਕ ਹੋਣਗੀਆਂ। ਤਾਂ ਗੁਰੂ ਮਹਾਰਾਜ ਜਿਹੜੀ ਸੁਣਨ ਦੀ ਬਖਸ਼ਿਸ਼ ਕਰ ਰਹੇ ਸਨ, ਅੱਜ ਉਸ ਨੂੰ ਹੋਰ ਅੱਗੇ ਵਧਾਉਂਦੇ ਹੋਏ ਮਹਾਰਾਜ ਕੀ ਕਹਿ ਰਹੇ ਹਨ, ਆਓ ਸਰਵਣ ਕਰੀਏ। ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੋ ਪਿਛਲੀ ਪੌੜੀ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਨੇ ਇਹ ਲਗਾਤਾਰ 4 ਪੌੜੀਆਂ ਹਨ ਜੋ ਸੁਣਨ ਦੀ ਗੱਲ ਮਹਾਰਾਜ ਕਰ ਰਹੇ ਹਨ। 8, 9 ਅਤੇ 10 ਅਤੇ 11 ਨੰਬਰ ਪੌੜੀ। ਅੱਗੇ ਫਿਰ 4 ਪੌੜੀਆਂ ਮੰਨਣ ਦੀਆਂ ਆਉਣਗੀਆਂ। ਸੁਣਨ ਤੋਂ ਭਾਵ ਇਹ ਵੇ ਕਿ ਖਾਲੀ ਸੁਣਨਾ ਨਹੀਂ, ਇਸ ਨੂੰ ਸਮਝਣਾ ਵੀ ਹੈ। ਦੇਖੋ, ਜਦ ਤੱਕ ਅਸੀਂ ਸਮਝਾਂਗੇ ਨਹੀਂ ਤਦ ਤੱਕ ਅਸੀਂ ਮੰਨਾਂਗੇ ਨਹੀਂ।
ਹੁਣ ਗੱਲ ਤੇ ਦੁਨੀਆ ਸੁਣਦੀ ਹੈ, ਪਰ ਉਹ ਕਹਿੰਦਾ ਮੈਂ ਸਮਝੀ ਨਹੀਂ। ਇਹ ਗੱਲ ਮਾਰੇ ਸੁਣਨ ਤੋਂ ਭਾਵ ਇੱਥੇ ਸਮਝਣਾ ਵੀ ਹੈ, ਖਾਲੀ ਸੁਣਨਾ ਨਹੀਂ ਹੈ। ਸੁਣ ਤੇ ਦੁਨੀਆ ਬਹੁਤ ਗੱਲਾਂ ਰਹੀ ਹੈ, ਪਰ ਸਮਝ ਲਵੇ ਜਿਹੜਾ। ਤੋ ਮਹਾਰਾਜ ਕਹਿੰਦੇ ਨੇ ਜਿਹੜਾ ਨਾਮ ਨੂੰ ਸੁਣਦਾ ਹੈ, ਦੇਖੋ ਸੁਣਿਆ ਈਸ਼ਰ, ਇਹਨੂੰ ਖਿਲਾਰ ਕੇ ਪੜ੍ਹਨਾ, ਕਿਉਂਕਿ ਇੱਥੇ ਜਿਹੜੇ ਦੇਵਤਿਆਂ ਦਾ ਜ਼ਿਕਰ ਹੈ ਉਹ ਵੇ ਸੁਣਿਆ ਈਸ਼ਰ, ਬਰਮਾ, ਇੰਦ। ਈਸ਼ਰ ਤੋਂ ਭਾਵ ਹੁੰਦਾ ਸ਼ਿਵ ਜੀ, ਬਰਮਾ ਜਾਣਦੇ ਹੋ ਆਪ, ਇੰਦਰ ਦੇਵਤਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹਨਾਂ ਨੇ ਜਿਹੜੀਆਂ ਪਦਵੀਆਂ ਪਾਈਆਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਪਾਈਆਂ ਨੇ। ਦੇਖੋ ਇਹਦੇ ਅਰਥ ਬੜੇ ਹੀ ਨਿਕਲਦੇ ਹਨ, ਪਰ ਗੁਰੂ ਮਹਾਰਾਜ ਇੱਥੇ ਸਾਨੂੰ ਕਿਸੇ ਦੇਵਤੇ ਦੇ ਨਾਲ ਜੋੜਨ ਦਾ ਜ਼ਿਕਰ ਨਹੀਂ ਕਰ ਰਹੇ। ਨਾ ਇਹ ਨਹੀਂ ਕਹਿ ਰਹੇ ਕਿ ਤੂੰ ਨਾਮ ਨੂੰ ਸੁਣ ਕੇ ਤੂੰ ਬਰਮਾ ਬਣ ਜਾ, ਇੰਦਰ ਬਣ ਜਾ। ਮਹਾਰਾਜ ਐਗਜ਼ਾਮਪਲ ਦੇ ਰਹੇ ਹਨ, ਉਦਾਹਰਨ ਦੇ ਰਹੇ ਹਨ ਕਿ ਭਾਈ ਇਹਨਾਂ ਨੇ ਨਾਮ ਨੂੰ ਸੁਣਿਆ ਤੇ ਇਹ ਜਿਹੜੀ ਪਦਵੀਆਂ ਇਹਨਾਂ ਨੂੰ ਪ੍ਰਾਪਤ ਹੋਈਆਂ ਨੇ, ਇਹ ਪਦਵੀਆਂ ਇਹਨਾਂ ਨੇ ਪਰਮਾਤਮਾ ਦੇ ਨਾਮ ਸੁਣ ਕੇ ਸਮਝ ਕੇ ਇਹਨੂੰ ਪਦਵੀਆਂ ਇਹਨਾਂ ਨੂੰ ਪ੍ਰਾਪਤ ਹੋਈਆਂ ਨੇ। ਗੁਰੂ ਸਾਹਿਬ ਕਿੱਥੇ ਸਾਨੂੰ ਇਹ ਮਤ ਭੁਲੇਖਾ ਕਰੀਏ ਕਿ ਅਸੀਂ ਨਾਮ ਜਪ ਕੇ ਈਸ਼ਰ ਬਣਨਾ, ਬਰਮਾ ਬਣਨਾ। ਮਾਰੇ ਕਹਿੰਦੇ ਨੇ ਤੈਨੂੰ ਪਰਮਾਤਮਾ ਦਾ ਜੇ ਤੂੰ ਨਾਮ ਸੁਣੇਗਾ ਨਾ, ਤੇ ਇਹ ਸੁਣਨ ਨਾਲ ਹੀ ਤੈਨੂੰ ਇਹ ਵੀ ਚੀਜ਼ਾਂ ਤੈਨੂੰ ਪ੍ਰਾਪਤ, ਇਹਨਾਂ ਦਾ ਵੀ ਗਿਆਨ ਹੋ ਜਾਏਗਾ। ਇਹ ਵੀ ਇਸ ਤਰ੍ਹਾਂ ਵੱਡੀ ਗੱਲ ਕਹਿ ਲਓ ਕਿ ਇਹਨਾਂ ਦਾ ਵੀ ਤੈਨੂੰ ਗਿਆਨ ਹੋ ਜਾਏਗਾ। ਹਾਲਾਂਕਿ ਮਹਾਰਾਜ ਨੇ ਅੱਗੇ ਚੱਲ ਕੇ ਇਹਨਾਂ ਦੇ ਉੱਤੇ ਜੋ ਮਨੋਤ, ਜੋ ਲੋਕਾਂ ਦਾ ਭਰੋਸਾ ਇਹਨਾਂ ਨੂੰ ਭਗਵਾਨ ਸਮਝਿਆ ਸੀ, ਮਹਾਰਾਜ ਨੇ ਅਸੀਂ ਪੜ੍ਹ ਕੇ ਵੀ ਆਏ ਹਾਂ। ਸਾਡੇ ਵਾਸਤੇ ਕੋਈ ਈਸ਼ਰ ਬਰਮਾ ਜਾਂ ਅਸੀਂ ਮਹਾਰਾਜ ਕਹਿੰਦੇ ਨਾ ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਮੇਰੇ ਵਾਸਤੇ ਗੁਰੂ ਈਸ਼ਰ ਹੈ, ਗੁਰੂ ਹੀ ਬਰਮਾ ਹੈ। ਭਾਵ ਕਿ ਮੇਰੇ ਵਾਸਤੇ ਆਲ ਇਨ ਆਲ, ਮੇਰੇ ਵਾਸਤੇ ਗੁਰੂ ਹੈ, ਕਿਉਂਕਿ ਉਹ ਕਿਸੇ ਨੇ ਬਣਾਇਆ ਨਹੀਂ, ਉਸਨੂੰ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਕਈਆਂ ਦੀ ਮਨੋਤ ਹੈ ਕਿ ਬਣਾਉਣ ਵਾਲਾ ਬ੍ਰਹਮਾ ਹੈ, ਪਾਲਣ ਵਾਲਾ ਵਿਸ਼ਨੂੰ, ਮਹੇਸ਼ ਅੱਗੇ। ਪਰ ਮਹਾਰਾਜ ਕਹਿੰਦੇ ਨੇ ਅੱਗੇ ਚੱਲ ਕੇ ਵੀ ਕਹਿਣਗੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਪਰ ਮਹਾਰਾਜ ਨੇ ਫੈਸਲਾ ਦੇ ਦਿੱਤਾ, ਜੀਵ ਤਿਸ ਭਾਵੈ ਤਿਵੈ ਚਲਾਵੈ ਜਿਉ ਹੋਵੈ ਫਰਮਾਨ। ਪਰ ਇਹਨਾਂ ਨੂੰ ਚਲਾਉਣ ਵਾਲਾ ਵੀ ਤਾਂ ਕੋਈ ਹੈ ਨਾ, ਤੇ ਫਿਰ ਉਹ ਵੱਡਾ ਹੋਇਆ ਕਿ ਇਹ ਵੱਡੇ ਹੋਏ। ਤਾਂ ਮਹਾਰਾਜ ਇੱਥੇ ਕਹਿ ਰਹੇ ਹਨ ਜੇ ਤੁਸੀਂ ਨਾਮ ਨੂੰ ਧਿਆਨ ਨਾਲ ਸੁਣੋਗੇ, ਸਮਝੋਗੇ, ਤੇ ਤੁਹਾਨੂੰ ਇਹਨਾਂ ਬਾਰੇ ਵੀ ਗਿਆਨ ਹੋ ਜਾਏਗਾ। ਦੇਖੋ ਕਿੰਨੀ ਵੱਡੀ ਗੱਲ ਹੈ, ਕਿਤੇ ਜਾਣ ਦੀ ਲੋੜ ਨਹੀਂ ਹੈ, ਸੁਣਨ ਦੇ ਨਾਲ, ਸਮਝਣ ਦੇ ਨਾਲ। ਦੇਖੋ ਜਦ ਤੱਕ ਅਸੀਂ ਸਮਝਾਂਗੇ ਨਹੀਂ, ਮੈਂ ਸਮਝਣਾ ਅਸੀਂ ਮੰਨਾਂਗੇ ਵੀ ਨਹੀਂ। ਜਿਸ ਤਰ੍ਹਾਂ ਪਿਛਲੀ ਵਾਰੀ ਉਦਾਹਰਨ ਦਿੱਤਾ ਸੀ, ਬੱਚੀ ਨੇ ਪਿਤਾ ਨੂੰ ਕਿਹਾ ਸਮਾਨ ਲੈ ਆਉਣਾ, ਉਹ ਲੈ ਕੇ ਨਹੀਂ ਆਏ, ਤੇ ਬਾਅਦ ਵਿੱਚੋਂ ਪੁੱਛਿਆ ਲਿਆਏ ਕੋਣੀ ਕਿ ਮੈਂ ਸੁਣਿਆ ਨਹੀਂ। ਸੁਣਿਆ ਤੇ ਉਹਨੇ ਸੀ, ਪਰ ਉਹਨੇ ਸਮਝਿਆ ਨਹੀਂ, ਉਹਨਾਂ ਧਿਆਨ ਕਿੱਥੇ ਹੋਰ ਸੀ। ਤਾਂ ਗੁਰੂ ਸਾਹਿਬ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ, ਭਾਈ ਜਿਹੜੀ ਚੀਜ਼ ਸੁਣ ਰਹੇ ਆ ਉਹਨੂੰ ਸਮਝਣ ਦਾ ਯਤਨ ਕਰ, ਖਾਲੀ ਸੁਣਨ ਤੱਕ ਨਾ ਰੱਖ। ਤਾਂ ਮਹਾਰਾਜ ਕਹਿੰਦੇ ਨੇ ਉਹਨੂੰ ਜਿਹੜਾ ਸੁਣੇਗਾ ਉਹ ਈਸ਼ਰ, ਬਰਮਾ, ਇੰਦ, ਇਹਨਾਂ ਬਾਰੇ ਵੀ ਉਸਨੂੰ ਗਿਆਨ ਹੋ ਜਾਏਗਾ। ਸੁਣਿਆ ਇੱਥੇ ਸੁਣੀਏ ਨਹੀਂ ਪੜ੍ਹਨਾ, ਮੈਂ ਬਾਰ-ਬਾਰ ਰਿਪੀਟ ਤਾਂ ਕਰਨਾ ਵਾ। ਅਕਸਰ ਬਾਣੀ ਪੜ੍ਹਨ ਵਾਲੇ, ਅਕਸਰ ਮੈਂ ਸਾਰਿਆਂ ਦਾ ਨਹੀਂ ਜ਼ਿਕਰ ਕਰਾਂਗਾ, ਪਰ ਜ਼ਿਆਦਾਤਰ ਸੁਣਨ ਵਿੱਚ ਆਉਂਦਾ ਸੁਣੀਏ ਪੜ੍ਹਦੇ ਨੇ। ਇੱਥੇ ਰਾਣੇ ਨੂੰ ਸਿਹਾਰੀ ਹੈ ਤੇ ਐੜੇ ਨੂੰ ਦੁਲਾਵਾਂ ਨੇ, ਸੁਣਿਆ। ਤਾਂ ਮਹਾਰਾਜ ਕਹਿੰਦੇ ਨੇ ਫਿਰ ਸੁਣਨ ਨਾਲ ਹੋਰ ਮਹਾਰਾਜ ਬਖਸ਼ੀ ਦੱਸ ਰਹੇ, ਕਹਿੰਦੇ ਮੁੱਖ ਸਾਲਾਹਣ, ਸਲਾਹਣ ਨਹੀਂ ਪੜ੍ਹਨਾ, ਸਾਲਾਹਣ ਮੰਦ, ਮੁੱਖ ਖੱਕੇ ਨੂੰ ਸਿਹਾਰੀ ਹੈ। ਕਹਿੰਦੇ ਨੇ ਜਿਹੜਾ ਕੋਈ ਸਰੀਰ ਮੁੱਖ ਤੋਂ, ਮੁੱਖ ਖੱਕੇ ਨੂੰ ਸਿਹਾਰੀ ਭਾਈ ਮੁੱਖ ਰਾਹੀ ਜਾਂ ਮੁੱਖ ਵਿੱਚੋਂ ਸਲਾਹੰਦਾ ਹੈ, ਭਾਵ ਕਿ ਸਿਫਤ ਕਰਦਾ ਹੈ। ਕੌਣ ਕਰਦਾ ਹੈ? ਕਹਿੰਦੇ ਮੰਦ। ਮੰਦ ਕੌਣ ਹੁੰਦੇ ਨੇ? ਮੰਦ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਕਹਿ ਲਓ ਭੈੜੇ ਮਨੁੱਖ, ਕਿ ਮੰਦੇ ਕਹਿੰਦੇ ਨੇ ਮੰਦਿਆਂ ਦਾ ਸਾਥ ਨਾ ਕਰੋ। ਤਾਂ ਮਹਾਰਾਜ ਕਹਿੰਦੇ ਨੇ ਜਿਹੜਾ ਨਾਮ ਸੁਣਦਾ ਨਾ, ਇਹ ਵਜੇ ਪਾਪੀ ਵੀ, ਮੰਦੇ ਪੁਰਖ ਵੀ ਜੇ ਨਾਮ ਨੂੰ ਧਿਆਨ ਨਾਲ ਸੁਣ ਲੈਣ। ਦੇਖੋ ਸੰਗਤ ਵਿੱਚ ਆ ਕੇ ਸਾਨੂੰ ਇਸ ਗੱਲ ਦਾ ਗਿਆਨ ਹੁੰਦਾ ਹੈ, ਮਹਿਮਾ ਸਾਧੂ ਸੰਗ ਕੀ
सुनो मेरे मीता, महाराज कहते सुनो मेरे मीता, मैल खोई कोट, कोट टैंके नूं सिहारी है करोड़ां, मैल खोई कोट अग हरे, निर्मल भए चीता। कहते संगत विच आके जे तुसी ध्यान नाल सुनोगे ना, ध्यान नाल, मैल खोई कोट अग हरे, करोड़ा अग मीनस पाप, घग्गा है, अग हरे, तुहाडे करोड़ा पाप नाश हो जाएंगे। निर्मल भए चीता, जिहड़ा तुहाडा चित्त है ना, मन है, निर्मल हो जाएगा, निर्मल, मल तो रहत हो जाएगा। कदों? जदों संगत विच आके असीं सुनांगे। तो महाराज इत्थे कह रहे ने कि जिहड़ा भी बंदा, माड़ा बंदा भी अगर मुख तो सलाहन ला पैंदा है, देखो सुनन नाल, जे मैं इतिहास भी झात मारा ना, थोड़ा थोड़ा नाल इतिहास का भी इस गल नूं क्लीयर होर हो जाए कि जे कोई पापी भी आ जाए ना, अगर वो ध्यान नाल सुन लवे, समझ लवे गल नूं गुरु दी, जिस पापी को मिले न टोई, शरण आवे तां निर्मल होई। पापी बंदा भी वो भी निर्मल हो जाएगा। गुरु नानक पातशाह नूं कईयां ने देखिया होएगा, सारे थोड़ा निर्मल हो गए जिन्हां ने गुरु नानक दी गल नूं सुनिया, समझिया। रोज महाराज हजारां नूं विचरदे होने ने, लखां नूं वेखदे होने ने, सारे थोड़ा तर गए। हुण भूमीए चोर वर्गे भी मिले, असीं चोर बड़े यूज करने आ, पर महाराज मैं तो कई वारी सोचना असीं इन्हां दी लैण च लग जाइए, भावें सज्जन ठग है, भूमिया चोर है, वली कंधारी है, कोडा राकश है, इन्हां विच एक एक औगण है, साडे भी ते पंजो ही ने। ते महाराज ने इन्हां ने एक सिक्ख्या, देखो गुरा एक देह बुझाई, सबना जियां का एक दाता, सो मैं विसरना। भूमिए नूं मिले, साडे नाल भूमिया चंगा है, उन्हें गुरु की गल सुनी तो सही ना ध्यान दे नाल। महाराज ने कहा की करदा है? कहंदा जी मैं चोर हाँ। देखो चोरी करना मेरा खानदानी काम है, छड्ड दे। बचन होए। कहंदा महाराज जो मर्जी कह लो, मैं सच दसां, तुसीं कहोगे भी ना तां भी मैं नहीं छड्ड सकदा। देखो यह सच है, कोई चोर कह सकदा इस तरह? तो महाराज ने फिर बचना दा तीर मारिया। गुरु नानक पातशाह कहंदे ने अच्छा फिर भूमिया नहीं तू छोड़ना चाहता ना, मेरे 3 बचन मान लै। इतिहास तुहानूं पता है, मैं सिर्फ इस करके गल कर रहा कि पंक्ति सामने आई, सुने मुख सालाहण मंद। मुख दे विचों वो भी सलाहन करन, परमात्मा दियां जस गायन करन लग पैंदे ने, सिफतां करन लग पैंदे ने, उहनूं धन कहन लग पैंदे ने। महाराज कहंदे ने 3 बचन, कहंदा ये मान लवांगा पर तुसीं कोई चोरी नैवर, कभी नहीं मैं छड्ड सकदा। कहंदे ने एक ते सब तो पहला झूठ नहीं बोलना, नमक खा के हरामी नहीं करनी। असी भी अपने आप नूं चैक करना है, नमक हराम तो भाव कि असी दी गुरु दियां दातां लैके किधरे किरत घाणे ते नहीं बैठे पे, खाली साखी नूं लैके नहीं चल रहे मैं कि जिंदगी विच असी भी कितने झूठ बोल रहे हैं। घर हाँ, फोन आया जी, कह दो बच्चे नूं पिता जी घर नहीं ने, ये भी की है, झूठ ही है ना। मारे कहते ने कूड़ बोल मुर्दार खाए, झूठ बोल समझ लै तू, बोलीए सच धर्म झूठ ना बोलीए। मारे कहते झूठ नहीं बोलना, कहते एक झूठ नहीं बोलना, एक नमक हरामी नहीं करनी, ते तीजा बचन किसी ना गरीब मारी नहीं करनी। कहता ये मान लांगा महाराज, पर तुसी कोई चोरी वाली गल है वो नहीं मैं छड़ सकदा। देखो ने गल सुन ली ना गुरु नानक दी, एक सिक्ख्या मत विच रतन जवाहर माणिक, जे एक गुर की सिख सुनी। एक सिक्ख्या, सिख तो भाव सिक्ख्या, एक सिक्ख्या सुन ली असी। मैं ज्यादा नहीं कह रहा, महाराज कहते मैं एक सिक्ख्या कह रहा। कहता ठीक है,
ਸਮਾਂ ਪਿਆ, ਚੋਰੀ ਕਰਨ ਨਿਕਲਿਆ ਘਰੋਂ ਰਾਤ ਦੇ ਵੇਲੇ। ਚੋਰ ਰਾਤ ਨੂੰ ਹੀ ਨਿਕਲਦੇ ਨੇ, ਜਿਤਨੇ ਵਿਕਾਰ ਨੇ ਰਾਤੀ ਪੈਦਾ ਹੁੰਦੇ ਨੇ। ਘਰੋਂ ਨਿਕਲਿਆ, ਰਾਜੇ ਦੇ ਦੁਆਰ ਪਹੁੰਚਿਆ, ਰਾਜੇ ਦੇ ਮਹਿਲ ਤੇ ਚੋਰੀ ਕਰਨ ਨਿਕਲਿਆ। ਤੇ ਜਿਉਂ ਹੀ ਅੰਦਰ ਵੜਨ ਲੱਗਾ, ਦਰਬਾਨ ਖੜਾ ਸੀ। ਕੌਣ? ਬਚਨ ਯਾਦ ਆ ਗਿਆ ਬਾਬਾ ਜੀ ਦਾ, ਗੁਰੂ ਨਾਨਕ ਦੇਵ ਮਹਾਰਾਜ ਦਾ। ਕਹਿਣ ਲੱਗਾ ਮਹਾਰਾਜ ਦੀ ਬਚਨ ਯਾਦ ਆਇਆ। ਉਹਨੇ ਕਿਹਾ ਕੌਣ? ਕਹਿੰਦਾ ਮੈਂ ਚੋਰ। ਉਹ ਸੋਚਦਾ ਹੈ ਚੋਰ ਕਦੀ ਕਹਿ ਸਕਦਾ ਮੈਂ ਚੋਰ ਹਾਂ? ਇਹ ਜ਼ਰੂਰ ਰਾਜੇ ਦਾ ਖਾਸ ਬੰਦਾ ਹੈ ਜੋ ਮੈਨੂੰ ਐਵੇਂ ਕਹਿ ਰਿਹਾ ਹੈ। ਉਹਨੇ ਜਦ ਇਹ ਗੱਲ ਸੁਣੀ, ਉਹਨੇ ਕਿਹਾ ਰਾਜੇ ਦਾ ਬੰਦਾ ਇਹ ਨਾ ਹੋਵੇ ਇਹਨੂੰ ਮੈਂ ਰੋਕਾਂ ਤੇ ਰਾਜੇ ਕੋਲੋਂ ਮੈਂ ਡਾਂਟ ਖਾ ਲਾਂ। ਉਹਨੇ ਕਿਹਾ ਜਾ ਭਾਈ ਅੰਦਰ ਚਲਾ ਜਾ। ਅੰਦਰ ਗਿਆ, ਹੁਣ ਸਾਰਾ ਸਮਾਨ ਚੋਰੀ ਕੀਤਾ ਤੇ ਚੋਰੀ ਕਰਕੇ ਇਕੱਠਾ ਕੀਤਾ, ਨਿਕਲਣ ਲੱਗਾ ਤੇ ਸਾਹਮਣੇ ਕਿੱਥੇ ਚਾਂਦੀ ਦੀ ਇੱਕ ਕਟੋਰੀ ਪਈ ਸੀ, ਉਹਦੇ ਚੂਰਮਾ ਪਿਆ ਸੀ। ਜਿਹੜੇ ਰਾਜੇ ਲੋਕ ਹੁੰਦੇ ਨੇ ਨਾ, ਇਹ ਵਾਲੀਆਂ ਚੀਜ਼ਾਂ ਖਾਂਦੇ ਨੇ। ਕਹਿੰਦਾ ਚਲੋ ਮੈਂ ਵੀ ਖਾ ਕੇ ਦੇਖ ਲੈਂਦਾ ਵਾਂ। ਹੁਣ ਜਦੋਂ ਖਾਧਾ ਤੇ ਮੂੰਹ 'ਚ ਪਾਇਆ ਤੇ ਉਹ ਦਰਅਸਲ ਸੀ ਨਮਕ, ਸਾਲਟ ਸੀ। ਉਹ ਹੁਣ ਖਾਂਦਿਆਂ ਸਾਰ ਬਚਨ ਯਾਦ ਆ ਗਿਆ ਕਿ ਗੁਰੂ ਨਾਨਕ ਦਾ, ਕਿ ਭਾਈ ਖਾ ਕੇ ਹਰਾਮੀ ਨਹੀਂ ਕਰਨੀ। ਸਮਝ ਗਿਆ, ਛੋੜ ਦਿੱਤਾ। ਸਮਾਨ ਪਿਆ ਸੀ, ਛੋੜ ਕੇ ਆ ਗਿਆ। ਅਸੀਂ ਤੇ ਸੁਣੀ ਵੀ ਜਾ ਰਹੇ ਹਾਂ ਤੇ ਕੱਢੀ ਵੀ ਜਾ ਰਹੇ ਹਾਂ। ਉਹ ਕਹਿੰਦੇ ਤੁਸੀਂ ਸੁਣਾਈ ਜਾਓ। ਕਈ ਕਹਿੰਦੇ ਨਾ 2 ਕੰਨ ਲੱਗੇ ਨੇ, ਉਹ ਕਹਿੰਦਾ ਜੀ ਐਸੇ ਵਾਸਤੇ ਲੱਗੇ ਨੇ ਕਿ ਇੱਕ 'ਚੋਂ ਸੁਣੋ ਤੇ ਦੂਜੇ 'ਚੋਂ ਕੱਢੀ ਜਾਓ। ਤੇ ਜਿਹੜੇ ਨਾਮ ਜਪਣ ਵਾਲੇ ਹੋ ਕਹਿੰਦੇ ਨੇ ਇੱਕ 'ਚ ਸੁਣੋ, ਵਸਾਓ ਹਿਰਦੇ ਵਿੱਚ। ਜੇ ਮਾੜੀ ਗੱਲ ਸੁਣੀ ਉਹਨੂੰ ਦੂਜੇ ਕੰਨ ਤੋਂ ਕੱਢ ਦਿਓ। ਸੋਚ ਹੈ ਆਪਣੀ ਆਪਣੀ। ਤੋ ਚਲਾ ਗਿਆ। ਅਗਲਾ ਦਿਨ ਸਵੇਰ ਹੋਈ, ਰਾਜੇ ਨੇ ਦੇਖਿਆ ਸਾਰਾ ਸਮਾਨ ਬੰਨਿਆ, ਚੋਰ ਆਇਆ ਸੀ। ਉਹਨੇ ਪੁੱਛਿਆ ਦਰਬਾਨ ਕੋਲੋਂ, ਉਹਨੇ ਕਿਹਾ ਜੀ ਹਾਂ ਆਇਆ ਸੀ। ਮੈਂ ਤੇ ਕਿਹਾ ਵੀ ਤੁਹਾਡਾ ਬੰਦਾ ਹੋਏਗਾ। ਉਹਨੇ ਫਿਰ ਕੀ ਹੁੰਦਾ, ਜਦ ਚੋਰ ਪੁਲਿਸ ਵਾਲੇ ਨੂੰ ਪਤਾ ਲੱਗੇ ਚੋਰੀ ਹੋਈ ਹੈ, ਉਹ ਜਿਹੜੇ ਰੋਜ਼ ਚੋਰੀ ਕਰਦੇ ਉਹਨਾਂ ਨੂੰ ਫੜ ਕੇ ਲੈ ਜਾਂਦੇ ਨੇ। ਉਹਨਾਂ ਨੂੰ ਪਤਾ ਹੁੰਦਾ ਚੋਰ ਕਿਹੜੇ ਕਿਹੜੇ ਨੇ। ਉਹ ਸਾਰੇ ਫੜ ਕੇ ਲਿਆਏ, ਸਭ ਨੂੰ ਪੁੱਛਿਆ, ਮਾਰਿਆ ਜਾ ਰਿਹਾ ਸੀ। ਇਹ ਦੂਰੋਂ ਦੇਖ ਰਿਹਾ ਸੀ ਤੇ ਮਹਾਰਾਜ ਦਾ ਬਚਨ ਸਾਹਮਣੇ ਯਾਦ ਆ ਗਿਆ। ਤੀਜਾ ਕਿ ਭਾਈ ਗਰੀਬ ਮਾਰੀ ਨਹੀਂ ਕਿਸੇ ਨਾਲ ਕਰਨੀ। ਉਹ ਸੋਚਦਾ ਚੋਰੀ ਮੈਂ ਕਰਨ ਆਇਆ, ਮਾਰ ਇਹ ਖਾ ਰਹੇ ਨੇ, ਇਹ ਤੇ ਗਰੀਬ ਮਾਰੀ ਹੋ ਰਹੀ ਹੈ। ਉਹ ਰਾਜੇ ਦੇ ਅੱਗੇ ਪੇਸ਼ ਹੋ ਗਿਆ, ਕਹਿਣ ਲੱਗਾ ਰਾਜਾ ਇਹਨਾਂ ਨੂੰ ਨਾ ਮਾਰੋ, ਇਹ ਚੋਰੀ ਇਹ ਕਰਨ ਮੈਂ ਆਇਆ ਸੀ। ਉਹਨੇ ਰਾਜੇ ਨੇ ਫੜ ਲਿਆ ਤੇ ਰਾਜੇ ਨੇ ਬੜੀ ਇੱਕ ਅਚੰਭੀ ਗੱਲ ਦੇਖੀ ਕਿ ਮੈਂ ਚੋਰ ਤੇ ਬੜੇ ਵੇਖੇ ਨੇ, ਸਮਾਨ ਇਕੱਠਾ ਕੀਤਾ ਪਰ ਲੈ ਕੇ ਨਹੀਂ ਗਿਆ। ਜਦ ਉਹਨੇ ਗੱਲ ਪੁੱਛੀ ਤੇ ਉਹਨੇ ਦੱਸਿਆ ਕਿ ਮੈਂ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ, ਨਾਮ ਜਪਣ ਵਾਲਿਆਂ ਦੀ, ਉਹਨਾਂ ਦੇ 3 ਬਚਨ ਮੈਂ ਯਾਦ ਰੱਖੇ। ਉਹਨੇ ਸਾਰੀ ਵਾਰਤਾਲਾਪ ਦੱਸੀ। ਜਦ ਉਸਨੇ ਸੁਣੀ ਤੇ ਸੁਣੀ ਰਾਜੇ ਨੇ, ਤੇ ਰਾਜਾ ਕਹਿੰਦਾ ਫਿਰ ਤੈਨੂੰ ਤੇ ਮੈਂ ਬਾਅਦ ਵਿੱਚੋਂ ਸਜ਼ਾ ਦਾਂਗਾ, ਪਹਿਲਾਂ ਮੈਨੂੰ ਇਹ ਦੱਸ ਇਹ ਤੁਹਾਡੇ ਮਹਾਂਪੁਰਖ, ਇਹ ਫਕੀਰ ਜਨ, ਇਹ ਨਾਮ ਜਪਣ ਵਾਲੇ ਕਿੱਥੇ ਮਿਲਣਗੇ? ਤੋ ਰਾਜਾ ਫਿਰ ਉਸ ਨੂੰ ਨਾਲ ਲੈ ਕੇ ਗਿਆ। ਫਿਰ ਉਸਨੇ ਉਸ ਨੂੰ ਛੱਡ ਵੀ ਦਿੱਤਾ ਔਰ ਬਹੁਤ ਉਹਨੇ ਕੋਈ ਰਿਆਸਤ ਦਾ ਮਾਲਕ ਵੀ ਉਸ ਨੂੰ ਬਣਾ ਦਿੱਤਾ। ਤੋ ਕਹਿਣ ਤੋਂ ਭਾਵ ਕਿ ਜਦੋਂ ਕੋਈ ਮਾੜਾ ਬੰਦਾ ਮਨੁੱਖ ਪਾਪਾਂ ਦਾ ਭਰਿਆ ਹੋਇਆ, ਜੇ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਦੀ ਬਾਣੀ ਦਾ ਬਚਨ ਸੁਣ ਲੈਂਦਾ ਹੈ ਤੇ ਉਹਦੇ ਫਿਰ ਮੁਖ ਤੋਂ ਉਹ ਵੀ ਸਲਾਹਣ ਲੱਗ ਪੈਂਦਾ ਹੈ, ਭਾਵ ਕਿ ਉਹ ਵਿਕਾਰ ਛੱਡ ਦਿੰਦਾ ਹੈ। ਹੁਣ ਵਾਲਮੀਕੀ ਕੌਣ ਸੀ? ਡਾਕੂ ਹੀ ਸੀ ਨਾ। ਤੇ ਸੰਤ ਮਹਾਂਪੁਰਖ ਆਏ ਮਿਲੇ ਉਹਨਾਂ ਨੂੰ ਜੰਗਲ ਵਿੱਚ ਕਿੱਥੇ, ਤੇ ਉਹਨਾਂ ਨੇ ਇਹੀ ਗੱਲ ਤੇ ਕਹੀ ਸੀ ਕਿ ਕੀ ਕਰ ਰਹੇ ਹੈ? ਕਹਿੰਦੇ ਇੱਥੇ ਚੋਰੀ ਮੈਂ ਕਰਨਾ, ਆਏਗੀ ਇਹਨੂੰ ਲੁੱਟਣਾ ਵਾ ਤੇ ਡਾਕੂ ਆ ਮੈਂ। ਤੇ ਉਹਨਾਂ ਨੇ ਕਿਹਾ ਕਿਹਦੇ ਵਾਸਤੇ ਕਰ ਰਹੇ ਹੈ? ਕਹਿੰਦੇ ਮੈਂ ਆਪਣੇ ਪਰਿਵਾਰ ਵਾਸਤੇ, ਪਿਆਰ ਮੈਨੂੰ ਬੜਾ ਕਰਦੇ ਨੇ ਤੇ ਮੈਂ ਉਹਨਾਂ ਵਾਸਤੇ ਮੈਂ ਜਾਨ ਵੀ ਦੇ ਸਕਣਾ। ਉਹਨੇ ਕਿਹਾ ਕੋਈ ਕਿਸੇ ਦਾ ਨਹੀਂ ਹੈ, ਤੂੰ ਜਿੰਨਾਂ ਵਾਸਤੇ ਕਰ ਰਿਹਾ ਨਾ ਉਹਨੇ ਤੇਰਾ ਸਾਥ ਨਹੀਂ ਦੇਣਾ। ਤੇ ਜਾ ਘਰੋਂ ਪੁੱਛਿਆ ਤੇ ਉਹ ਕਹਿੰਦਾ ਮਹਾਂਪੁਰਖੋ ਤੁਸੀਂ, ਮੈਂ ਤਾਂ ਘਰ ਜਾਵਾਂ ਤੇ ਤੁਸੀਂ ਇੱਥੋਂ ਭੱਜ ਜਾਓਗੇ। ਕਹਿੰਦਾ ਫਿਰ ਇਸ ਤਰ੍ਹਾਂ ਕਰੋ, ਸਾਨੂੰ ਨਾ ਇਸ ਪੇੜ ਦੇ ਨਾਲ ਬੰਨ੍ਹ ਜਾਓ ਤੇ ਘਰੋਂ ਜਾ ਕੇ ਪੁੱਛਿਆ ਜੋ ਕੁਛ ਮੈਂ ਕਰਨਾ ਵਾ, ਜੋ ਕਮਾਨਾ ਵਾ, ਜਦੋਂ ਮੇਰਾ ਹਿਸਾਬ ਹੋਣਾ ਹੈ ਤੇ ਤੁਸੀਂ ਮੇਰਾ ਸਾਥ ਦੋਗੇ। ਜਦ ਉਹਨਾਂ ਨੂੰ ਬੰਨ੍ਹ ਕੇ ਘਰ ਗਿਆ, ਘਰਵਾਲੀ ਕੋਲ ਗਿਆ, ਘਰਵਾਲੀ ਨੂੰ ਕਹਿੰਦਾ ਜੋ ਕੁਛ ਮੈਂ ਡਾਕੇ ਮਾਰ ਕੇ, ਮਾੜੇ ਕੰਮ ਕਰਕੇ ਘਰ ਵਿੱਚ ਇਹੋ ਜਿਹੀ ਮਾਇਆ ਲੈ ਕੇ ਆਉਣਾ ਵਾਂ, ਤੇ ਤੁਸੀਂ ਜਦੋਂ ਮੇਰਾ ਹਿਸਾਬ ਹੋਣਾ ਤੁਸੀਂ ਮੇਰੇ ਨਾਲ ਖੜੇ ਹੋਵੋਗੇ।
ਉਹ ਕਹਿੰਦੀ ਪਾਗਲ ਹੋ ਗਏ ਹੋ ਤੁਸੀਂ, ਕਰਮੀ ਆਪੋ ਆਪਣੀ, ਅਸੀਂ ਆਪਣੇ ਕਰਮਾਂ ਦੇ ਉੱਤੇ ਖੇਡਣਾ। ਜੋ ਤੁਸੀਂ ਕਰਮ ਕਰ ਰਹੇ ਹੋ ਤੁਹਾਨੂੰ ਸਜ਼ਾ ਮਿਲਣੀ ਹੈ, ਮੈਂ ਕਰਨਾ ਮੈਨੂੰ, ਮੈਂ ਕੋਈ ਭਾਗੀਦਾਰ ਨਹੀਂ ਹਾਂ। ਕਬੀਰ ਸਾਹਿਬ ਵੀ ਕਹਿੰਦੇ ਬੋ ਪਰ ਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਭਿਆਨ ਲੁਟਾਵੇ ਮਨ ਮੇਰੇ, ਭੂਲੇ ਕਪਟ ਨਾ ਕੀਜੇ ਅੰਤ ਨਿਵੇਰਾ ਤੇਰੇ ਜੀ ਪਹਿਲੀ ਜੈ। ਅੰਤ ਸਮੇਂ ਤੇਰੇ ਜੀ ਨਾਲ ਹਿਸਾਬ ਹੋਣਾ ਹੀ, ਤੇਰੇ ਜੀ ਪਹਿਲੀ ਜੈ, ਹੋਰ ਕਿਸੇ ਨਾਲ ਨਹੀਂ। ਜਦ ਇਹ ਗੱਲ ਸੁਣੀ ਤੇ ਵਾਪਸ ਆ ਗਏ ਇਹ ਬਾਲਮੀਕੀ, ਤੇ ਚਿਹਰਾ ਲਟਕਿਆ ਹੋਇਆ, ਤੇ ਮਹਾਂਪੁਰਖਾਂ ਨੂੰ ਖੋਲਿਆ, ਕਹਿਣ ਲੱਗੇ ਕੀ ਹੋਇਆ? ਕਹਿੰਦੇ ਤੁਸੀਂ ਸੱਚ ਕਹਿੰਦੇ ਸੋ। ਇਹ ਬਚਨਾਂ ਦਾ ਤੀਰ ਲੱਗਿਆ, ਛੱਡ ਦਿੱਤਾ ਸਭ ਕੁਝ। ਭਾਈ ਇਹ ਕੰਮ ਮੈਂ ਪਰਿਵਾਰ ਵਾਸਤੇ ਕਰ ਰਿਹਾ, ਜਿਨ੍ਹਾਂ ਨੇ ਸਾਥ ਨਹੀਂ ਦੇਣਾ। ਜਗਤ ਮੇਂ ਝੂਠੀ ਦੇਖੀ ਪ੍ਰੀਤ, ਮਾਰੇ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤਲਾਈਏ। ਮਾਰੇ ਕਹਿੰਦੇ ਕਿਉਂ ਚਿਤਲਾ ਰਹੇ ਕਿਸੇ ਨਾਲ? ਗੱਲ ਨੂੰ ਸਮਝ ਆ ਗਈ, ਪਕੜ ਚ ਆ ਗਈ। ਤੇ ਫਿਰ ਉਹ ਬਾਲਮੀਕੀ ਡਾਕੂ ਨਹੀਂ ਰਿਹਾ। ਸਾਡੇ ਲਫ਼ਜ਼ਾਂ ਵਿੱਚ ਡਾਕੂ ਤੇ ਕਹਿੰਦੇ ਆ, ਦਰਅਸਲ ਉਹਦਾ ਪਿਛਲਾ ਸੀ, ਇੱਕ ਰੀਖੀ ਬਣ ਗਿਆ, ਇੱਕ ਨਾਮ ਜਪਣ ਵਾਲਾ, ਉਪਦੇਸ਼ ਦੇਣ ਵਾਲਾ ਬਣ ਗਿਆ। ਤਾਂ ਮਹਾਰਾਜ ਇੱਥੇ ਇਹੀ ਖਿਆਲ ਦੇ ਰਹੇ ਨੇ। ਮੈਂ ਤਾਂ ਗੱਲ ਨੂੰ ਖੋਲਣ ਦਾ ਯਤਨ ਕੀਤਾ ਹੈ ਕਿ ਜੇ ਕੋਈ ਪਾਪੀ ਬੰਦਾ ਵੀ ਮੁਖ ਤੋਂ ਉਹਨੂੰ ਸਲਾਹਣ ਲੱਗ ਪਏਗਾ ਨਾ, ਤੇ ਉਹਦੇ ਪਾਪ ਸਭ ਖਤਮ ਹੋ ਜਾਣਗੇ। ਸੁਣਿਆ ਮੁਖ ਖੱਖੇ ਨੂੰ ਸਿਹਾਰੀ, ਸਾਲਾਹਣ ਮੁਖ ਦੇ ਵਿੱਚੋਂ ਜਾਂ ਮੁਖ ਰਾਹੀ, ਮੁਖ ਦੇ ਥਰੂ ਜੇ ਉਹ ਸਲਾਹੁੰਦਾ ਹੈ, ਉਹ ਮੰਦਾ ਬੰਦਾ ਵੀ ਇੱਕ ਪੂਜਣਯੋਗ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਸੁਣਿਆ, ਸੁਣਨ ਕਰਕੇ, ਸਮਝਣ ਕਰਕੇ, ਜੋਗ ਜੁਗਤ ਤਨ ਭੇਦ, ਜੋਗ ਜੁੜਨਾ, ਮਿਲਾਪ, ਜੁਗਤੀ ਨਾਲ ਮਿਲਣਾ। ਬਈ ਰੱਬ ਨੂੰ ਕਿਸ ਤਰ੍ਹਾਂ, ਅੱਜ ਅਕਸਰ ਸਵਾਲ ਸਾਡਾ ਇਹੀ ਹੁੰਦਾ ਹੈ, ਕਿਵੇਂ ਰੱਬ ਨੂੰ ਮਿਲਿਆ ਜਾਵੇ, ਕਿਵੇਂ ਕੰਟਰੋਲ ਕੀਤਾ ਜਾਵੇ, ਕੋਈ ਜੁਗਤੀ ਦੱਸੋ। ਤਾਂ ਮਹਾਰਾਜ ਕਹਿੰਦੇ ਨੇ ਇਹੀ ਸਵਾਲ ਹੈ ਸਭ ਦਾ। ਜਦੋਂ ਤੁਸੀਂ ਨਾਮ ਸੁਣਨ ਲੱਗ ਪੋਗੇ ਨਾ, ਉਸ ਦੇ ਮਿਲਾਪ, ਇਹ ਜੁਗਤੀ ਵੀ ਸਾਨੂੰ, ਜੁਗਤ ਸਾਨੂੰ ਜੁੜਨ ਦੀ ਵੀ ਪਤਾ ਲੱਗ ਜਾਏਗੀ। ਕਿਹੜੀ ਜੁਗਤੀ? ਦੇਖੋ ਤਨ ਭੇਦ, ਤਨ ਦੇ ਨੰਨੇ ਨੂੰ ਸਿਹਾਰੀ ਹੈ। ਹੁਣ ਕਈ ਕਹਿੰਦੇ ਨਾ ਮਾਤਰਾ ਵੀ ਪੜ੍ਹਨੀਆਂ ਪੈਂਦੀਆਂ ਨੇ, ਇੱਥੇ ਹੁਣ ਤਨ ਨੰਨੇ ਨੂੰ ਸਿਹਾਰੀ, ਅਸੀਂ ਤਨੀ ਨਹੀਂ ਪੜ੍ਹਨਾ। ਤੁਸੀਂ ਵੀ ਪੜ੍ਹ ਕੇ ਆਇਓ ਜਪਜੀ ਸਾਹਿਬ, ਇਹ ਵੀ ਪੜ੍ਹਿਆ ਹੋਏਗਾ ਨਾ, ਸੁਣਿਆ ਜੋਗ ਜੁਗਤ ਤਨ ਭੇਦ, ਪਰ ਤਨ ਦੇ ਨੰਨੇ ਨੂੰ ਸਿਹਾਰੀ ਹੈ। ਇਹਦਾ ਭਾਵ ਇਹ ਵਿਆਕਰਨ ਸੰਬੰਧੀ ਹੈ। ਇਹਦਾ ਭਾਵ ਹੈ ਕਿ ਤਨ ਦੇ ਵਿੱਚ, ਤੇ ਭਾਵ ਕਿ ਤਨ ਦੇ ਭੇਦ ਵੀ ਪਤਾ ਲੱਗ ਜਾਂਦੇ ਹਨ। ਦੇਖੋ ਇਹ ਸੁਣਨ ਨਾਲ ਪਤਾ ਲੱਗਦਾ ਸਾਨੂੰ। ਮਾਰੇ ਕਹਿੰਦੇ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ, ਸਾਜ ਸਾਜ ਸਿਮਰੰਤ ਨਾਨਕ ਮਹਾ ਅਗਨ ਨਾ ਵਿਨਾਸਨੰ। ਜਦੋਂ ਪਰਮਾਤਮਾ ਨੇ ਨਾ ਇਸ ਰਚਨਾ ਨੂੰ ਰਚਨ, ਪਹਿਲਾਂ ਰਚੰਤ ਜੀ ਰਚਨਾ, ਜਦੋਂ ਜੀਆਂ ਦੀ ਰਚਨਾ ਕਰਨੀ ਸੀ ਨਾ, ਤੇ ਸਾਨੂੰ ਸਭ ਤੋਂ ਪਹਿਲਾਂ ਮਾਤ ਗਰਭ ਵਿੱਚ ਸੁੱਟਿਆ, ਸਮਝ ਲਓ, ਪਾ ਦਿੱਤਾ ਸਾਨੂੰ। ਜਾਓ ਬਈ, ਮਾਤ ਗਰਭ ਅਸਥਾਪਨੰ, ਅੰਦਰ ਕੀ ਹੋ ਰਿਹਾ ਸੀ? ਸਾਜ ਸਾਜ ਸਿਮਰੰਤ ਨਾਨਕ ਮਹਾ ਅਗਨ ਨਾ ਵਿਨਾਸਨੰ। ਉਸ ਮਾਤਾ ਦੀ ਜਠਰ ਦੀ ਅਗਨੀ ਵਿੱਚ ਉਹਨੂੰ ਮਹਾ ਅਗਨੀ ਹੈ ਜਿਹੜੀ, ਕਿਉਂਕਿ ਇਹਨੂੰ ਅਗਨ ਕਿਹਾ ਹੈ। ਜੈਸੀ ਅਗਨ ਉਦਰ ਮੇ ਤੈਸੀ ਬਾਹਰ ਮਾਇਆ, ਮਾਇਆ ਤੇ ਅਗਨੀ ਇਹਨੂੰ ਇਕੱਠਾ ਮਿਲਾ ਕੇ ਮਾਰੇ ਗਿਆ, ਇੱਕੋ ਜਿਹੀ ਅਗਨੀ ਹੈ ਦੋਨਾਂ ਦੇ ਅੰਦਰ, ਭਾਵੇਂ ਰੂਪ ਅਲੱਗ ਅਲੱਗ ਹੈ ਪਰ ਅਗਨ ਇੱਕੋ ਜਿਹੀ ਹੈ। ਤਾਂ ਮਾਰੇ ਕਹਿੰਦੇ ਨੇ ਮਾਂ ਅਗਨ ਨਾ ਵਿਨਾਸਨ, ਉਹ ਜਿਹੜੀ ਅਗਨੀ ਸੀ ਉਹ ਸਿਮਰਦਿਆਂ ਹੋਇਆਂ ਨਾ ਉਹਨੂੰ ਵਿਨਾਸ਼ ਨਹੀਂ ਕਰ ਸਕੀ। ਮੈਂ ਅਕਸਰ ਬੇਨਤੀ ਕਰਨਾ, ਖਾਧਾ ਪੀਤਾ ਭਸਮ ਹੋ ਰਿਹਾ ਹੈ, ਪਰ ਉਸ ਲੂਥੜਾ ਹੈ, ਜਿਹੜਾ ਬੱਚਾ ਹੈ ਅੰਦਰ ਮਾਸ ਦਾ, ਜਿਹੜਾ ਹਲੇ ਪਨਪ ਰਿਹਾ, ਉਸ ਨੂੰ ਕੁਛ ਨਹੀਂ ਹੋ ਰਿਹਾ। ਤਾਂ ਮਾਰੇ ਕਹਿੰਦੇ ਨਾਨਕ ਸੇ ਧਣੀ ਕਿਉਂ ਵਿਸਾਰਿਓ, ਨਾਨਕ ਸੋ ਧਣੀ ਕਿਉਂ, ਉਸ ਧਣੀ ਉਸ ਰੱਬ ਨੂੰ ਕਿਉਂ ਵਿਸਾਰ ਰਹੇ ਹੋ? ਜਿਤ ਉਧਰੇ ਜਿਸ ਦੇ ਨਾਮ, ਜਿਸ ਦੇ ਨਾਮ ਦੇ ਸਦਕੇ ਉਹਦਾ ਉਭਾਰ ਹੋ ਜਾਂਦਾ ਹੈ। ਅਸੀਂ ਇੱਥੇ ਇਹ ਗੱਲ ਕਰ ਰਹੇ ਹਾਂ, ਮਹਾਰਾਜ ਕਹਿ ਰਹੇ ਨੇ ਜੋਗ ਜੁਗਤ ਤਨ ਭੇਦ। ਜਦੋਂ ਸਰੀਰ ਤੋਂ ਵੇਖੀਦਾ ਨਾ, ਕਿਤੇ ਗੁੰਝੇ ਭੇਦ ਨੇ। ਦੇਖੋ ਪਰਮਾਤਮਾ ਨੇ ਰਚਨਾ ਕਰਨ ਵਕਤ ਨਾ ਕਿੰਨੀ ਸੋਹਣੀ ਰਚਨਾ ਕਰੀ ਹੋਏਗੀ। ਤੁਸੀਂ ਸਰੀਰ ਦੇ ਨੂੰ ਵੇਖ ਲਓ,
कित्थे नक लाना है, कित्थे अखां लाणियां ने, कित्थे कंन लाना है। उन्होंने पता है कि नक इत्थे लाया, पिछे नहीं लाना। सुंघन वास्ते बंदा पिछे नहीं जाएगा। उन्हें किस तरह मुख बना के पढ़ी दे ना, गुरु अर्जन देव महाराज ने बिल्कुल ही खुलासा कर दिता। कहते रमैया के गुण चेत प्राणी, चेते कर प्राणी। रमैया के गुण चेत प्राणी, किस तरह तेनू याद कर तू उसना। कमन मूल ते कमन दृष्टानी, की तेरा मूल सी, तेनू की बना दिता है। कि बंदा अगर ध्यान नाल देखे तन दे भेद है, तो उत्ते पतली जी एक परती चढ़ी हुई है ना मास दी। अस्थि चरम बिष्टा के मुंदे, दुर्गंध ही के बेडे। अंदर तो गंध ही है सारा। किसने उन्हें बनतर बनाई है। और देखो शरीर वाल वेख के ही तुसी जो खांदे हो या असी खाने हैं, किस तरह ब्लड बना दिंदा है, किस तरह बॉडी के अंदर सारा सर्कुलेट होंदा है। हुण डॉक्टरां नूं पता है कि रोटी खाण दे नाल, आहार लैण तो बाद ब्लड बन रहा है, ये भी पता है। पर ब्लड अज तक कोई बना नहीं सकिया। वो भी कित्थे कणक रोटी नूं किसे मशीनां विच पा के कढ के को उन्हां नूं ब्लड बना दे, नहीं बन सकदा। दसो अज तक तुहानूं कदी, सानूं रब ना करे कदी लोड़ पैंदी है, हॉस्पिटलां विच जाओ, ब्लड की लोड़ पैंदी, वो फिर तुहाडा ग्रुप दसदे ने। उन्हां कोई किसे दा ब्लड तुहाडे विच, साडा ब्लड किसे विच, क्योंकि ब्लड कोई बना ही नहीं सकता। जे तू इस क्रिया नूं भी अंदर दी वेखेगा, जिन तू साज सवार शिंगारिया, किवें तैनूं साज के, तू अगर ध्यान नाल सोच किवें तैनूं शिंगारिया उन्हें, किवें तैनूं चलदा फिरदा एक, ये अंदर साडे कारखाना है। मैं कहांगा जिस तरह कारखाने च लेबर काम कर रही होंदी है, समान बन रहा होंदा है ना, साडा शरीर कारखाना है। इहदे अंदर की हो रहा है, तन भेद, ये गुंजे भेद ने। ये जो कुछ खा रहे हैं अंदर क्या सिस्टम है। जे तू शरीर की गहराई विच जा, इत्थों तक मारे कहते जो ब्रह्मंडे सोई पिंडे, जो खोजे सो पावे। इत्थों तक रब भी जो ब्रह्मंड विच है, वो सारा कुछ तेनों वेखण की लोड़ नहीं। तू अपने शरीर नूं वेख, तन भेद, तन दे भेद तेनों मारे कहते तेनों सुनन नाल पता लग रहा सारा। पढ़िया उन्हें आनंद साहब विच, ये सारियां इंद्रियां सानू की दस रही ने। ये सरवणो मेरिओ साचे सुनना नो पठाए। ये कन कादे वास्ते लाए ने, साचे सुनना, सच सुन, नो पठाए। पठाए हुंदा घल्लना। ये तेनू घल्लिया कादे वास्ते वे, ये सरवणो मेरिओ साचे सुनना नो पठाए। साचे सुनने नो पठाए, शरीर लाए सुनो सतबाणी। ये शरीर दे नाल लगाए ने, इस करके लगाए ने कि इहदे नाल बाणी सुन। ये नेत्रो मेरिओ हर तुम में जोत धरी, हर भी नवर ना देखो कोई। ये तन दे भेद ने सारे। तू शरीर नूं वेख के ही ये तैनू कित्थों पता लग रहा है। गुरु नानक पातशाह कहंदे ने जद उहदे बारे सुनिया तू। तो महाराज मैं ज़्यादा ना जावां डीप, कि सुनिया जोग जुगत तन भेद, तन नन्ने नूं सिहारी, तन दे विच जेड़े भेद ने वो भी सानू इस परमात्मा दे नाल जोग जुगत, इस जुगती नाल जुड़न दा भी सानू एक, असी अपने शरीर जद मैं कहना किसे कोमा दे विच पे होए, कोई पैरालाइज नूं वेख के, बिना लत्तां वाले नूं वेख के, बिना अखां वाले नूं वेख के जद तू वेखेगा ते तू उन्होंने वेख के ही तू परमात्मा नाल जुड़ जाएगा। परमात्मा इन्हां कोल ते ये चीज़ां नहीं है, मेरे कोल ते ये भी हैं। जोग जुगत, ये जुगती दे नाल जुड़न, ये जुगती है जुड़न दी। तन दे विचों ही वेख के तू परमात्मा दे, जदों गुरुद्वारे बैठो, संगत विच बैठो, वो भी ने इस टाइम जिहड़े हस्पतालों दे विच करलाट रहे होणगे, दर्द दे नाल रो रहे होणगे, ये सानू कित्थों पता लग रहा है।
ਇਹ ਸਾਨੂੰ ਗੁਰੂ ਸਾਹਿਬ ਆਪਣੀ ਬਾਣੀ ਸੁਣਾ ਕੇ ਸਾਨੂੰ ਇਹ ਸਭ ਚੀਜ਼ਾਂ ਦਾ ਗਿਆਨ ਕਰਾ ਰਹੇ ਨੇ। ਕਹਿੰਦੇ ਸਮਝ ਇਸ ਗੱਲ ਨੂੰ। ਤੇ ਅੱਗੇ ਮਾਰੇ ਕਹਿੰਦੇ ਨੇ ਸੁਣਿਆ ਸਾਸਤ, ਇਹਨੂੰ ਸਾਸਤ ਨਹੀਂ ਪੜ੍ਹਨਾ। ਜਿਸ ਤਰ੍ਹਾਂ ਕਈ ਚਰਨ ਨੂੰ ਚਾਰਨ ਬੋਲਦੇ ਨੇ, ਨਹੀਂ। ਚੀਨਤ ਨੂੰ ਚੀਣਤ ਬੋਲਦੇ ਨਹੀਂ। ਨਿਰੰਕਾਰ ਕਾ ਚੀਨਤ ਨੈ ਪੇਵ, ਅੱਖਰ ਨੂੰ ਨਾ ਪੂਰਾ ਬੋਲਣਾ। ਸਾਸਤ, ਸਾਸਤ ਨਹੀਂ ਹੈ। ਧਿਆਨ ਦੇਣਾ, ਕਿਉਂਕਿ ਅਕਸਰ ਵਰਡ ਆਉਂਦਾ ਸਾਹਮਣੇ ਤੇ ਫਿਰ ਨਿਕਲ ਜਾਂਦਾ ਹੈ। ਤਾਂ ਮੇਰਾ ਚਿੱਤ ਕਰਦਾ ਹੈ ਕਿ ਅਸੀਂ ਬਾਣੀ ਪੜ੍ਹਦੇ ਹਾਂ, ਚਲਦੀ ਬਾਣੀ 'ਚ ਅਸੀਂ ਕਿਸੇ ਨੂੰ ਕਿਵੇਂ ਕਿੰਨਾ ਟੋਕਾਂਗੇ। ਸੋ ਪੜ੍ਹਨ ਵਕਤ ਇਹ ਵੀ ਧਿਆਨ ਦਿਓ, ਸੁਣਿਆ ਸਾਸਤ ਸਿਮਰਤ, ਇੱਥੇ ਸਿਮਰਤ ਪੜ੍ਹਨਾ, ਸਿਮਰਤ ਨਹੀਂ ਪੜ੍ਹਨਾ। ਸਿਮਰਤ ਵੇਦ, ਇਹ ਸਨਾਤਨ ਧਰਮ ਦੇ ਬੜੇ ਹੀ ਪੂਜਨੀਕ ਗ੍ਰੰਥ ਨੇ, ਬੜੇ ਪੂਜਨੀਕ ਗ੍ਰੰਥ ਨੇ। ਸਾਸਤ, ਸਿਮਰਤੀਆਂ ਤੇ ਵੇਦ, 4 ਵੇਦ ਹੁੰਦੇ ਨੇ, 27 ਸਿਮਰਤੀਆਂ ਹੁੰਦੀਆਂ ਨੇ ਤੇ 6 ਸ਼ਾਸਤਰ ਹੁੰਦੇ ਨੇ। ਤੁਸੀਂ ਦੇਖਿਆ ਕੱਲ ਜਿਹੜਾ ਦੁਸ਼ਹਿਰਾ ਮਨਾਇਆ ਸਨਾਤਨ ਧਰਮ ਨੇ, ਜਿਹੜਾ ਰਾਵਣ ਸੀ ਨਾ, ਉਹਨੂੰ 4 ਵੇਦ ਕੰਠ ਸਨ। ਉਹਨੂੰ ਅਸੀਂ ਮੂਰਖ ਕਹਿੰਦੇ ਹਾਂ ਨਾ, ਦਰਅਸਲ ਮੂਰਖ ਨਹੀਂ ਨੇ। ਦੇਖੋ ਕੰਠ ਉਹਨੂੰ ਬਾਣੀ ਹੋਏਗੀ ਜਿਹਦਾ ਧਿਆਨ ਨਾਲ ਸੁਣੀ ਹੋਏਗੀ। ਹੁਣ ਕਈ ਵਾਰੀ ਸਾਨੂੰ ਸਵਾਲ ਕਰਦੇ ਨੇ ਬੰਦੇ ਕਿ ਵੀਰ ਜੀ ਬਾਣੀ ਕੰਠ ਨਹੀਂ ਹੁੰਦੀ। ਬਾਣੀ ਉਹਨੂੰ ਕੰਠ ਹੁੰਦੀ ਹੈ ਜਿਹੜਾ ਧਿਆਨ ਨਾਲ ਸੁਣਦਾ ਹੈ, ਸਮਝਦਾ ਹੈ। 30 ਸਾਲ ਹੋ ਗਏ ਨੇ ਜਪਜੀ ਸਾਹਿਬ ਪੜ੍ਹਦੇ ਹਾਂ, ਸਾਨੂੰ ਕੰਠ ਨਹੀਂ। ਅਸੀਂ ਉਹਨੂੰ ਮੂਰਖ ਕਹਿ ਰਹੇ ਹਾਂ। ਉਹਦਾ ਕਸੂਰ ਕੀ ਹੈ? ਦੇਖੋ ਤੁਸੀਂ ਕਿਸੇ ਦੀ ਭੈਣ ਦਾ ਨੱਕ ਕੱਟ ਦਿਓ, ਫਿਰ ਅਸੀਂ ਹੁਣ ਕਸੂਰ, ਉਹ ਬਦਲਾ ਲਵੇ ਤੇ ਉਹ ਕਸੂਰਵਾਦ ਹੈ। ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ, ਇਹੀ ਸਮਝਾ ਰਹੇ ਹਾਂ। ਤਾਂ ਇਹ ਮਹਾਰਾਜ ਕਹਿ ਰਹੇ ਨੇ ਇੰਨਾ ਗਿਆਨ ਸੀ ਉਹਨੂੰ, ਪਰ ਹਾਰ ਗਿਆ ਤੇ ਉਹਨੂੰ ਸ਼ੈਤਾਨ ਮੰਨ ਲਿਆ ਗਿਆ। ਜਿੱਤ ਗਿਆ ਜਿਹੜਾ, ਉਹਨੂੰ ਭਗਵਾਨ ਮੰਨ ਲਿਆ ਸੀ। ਨਹੀਂ ਭਾਈ, ਮਹਾਰਾਜ ਕਹਿੰਦੇ ਨੇ ਇਹ ਜਿੰਨਾ ਤੈਨੂੰ ਇਹ ਧਾਰਮਿਕ ਗ੍ਰੰਥਾਂ ਵਿੱਚ ਮਹਾਰਾਜ ਨੇ ਹੁਣੇ ਇਹ ਵੀ ਗੱਲ ਖੋਲ ਦਿੱਤੀ ਹੈ। ਬੋ ਸ਼ਾਸਤਰ ਬੋ ਸਿਮਰਤੀ ਭੇਖੈ ਸਰਬ ਟਟੋਲ, ਪੂਜਸ ਨਾਹੀ ਹਰ ਹਰੇ। ਇਹਦੀ ਨਾਨਕ ਨਾਮ ਅਮੋਲ। ਨਾਮ ਦੇ ਮੁਕਾਬਲੇ ਕਿਸੇ ਸ਼ਾਸਤਰ ਦੀ, ਕਿਸੇ ਵੇਦ ਦੀ, ਕਿਸੇ ਸਿਮਰਤਾ ਦੇ ਮੁਕਾਬਲਾ ਨਹੀਂ ਹੈ। ਕਿਉਂਕਿ ਇਹ ਪਾਪ ਪੁੰਨਾਂ ਦੀਆਂ ਵਿਚਾਰ ਕਰ ਰਹੇ ਨੇ। ਇਹਨਾਂ ਨੂੰ ਪੜ੍ਹਨ ਤੋਂ ਬਾਅਦ ਪਾਪ ਪੁੰਨ ਦਾ ਪਤਾ ਲੱਗਣਾ, ਰੱਬ ਦੇ ਬੰਨੇ ਕੋਲ ਨਹੀਂ ਜਾ ਰਹੇ। ਧਿਆਨ ਦੇਣਾ, ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਕੀਮਤ ਤੇ ਉਹਨੂੰ ਜਾਣੀ ਨਹੀਂ, ਕਿਉਂਕਿ ਉਹ ਨਾ ਅਮੋਲ ਹੈ, ਨਾਮ ਤੇ ਅਮੋਲ ਹੈ। ਤੇ ਮਹਾਰਾਜ ਕਹਿੰਦੇ ਨੇ ਤੈਨੂੰ ਇਹਨਾਂ ਦੇ ਬਾਰੇ ਵੀ ਪਤਾ ਲੱਗ ਜਾਏਗਾ। ਦੇਖੋ ਜੇ ਅਸੀਂ ਅਰਥ ਕਰੀਏ, ਇਹ ਵੀ ਹੋ ਸਕਦਾ ਹੈ ਸਾਧ ਸਿੰਘ ਜੀ ਇਹ ਵੀ ਕਹਿੰਦੇ ਨੇ ਕਿ ਇਹਨਾਂ ਨੂੰ ਪੜ੍ਹ ਕੇ ਤੁਸੀਂ ਇਹਨਾਂ ਦਾ ਵੀ ਗਿਆਨ ਹੋ ਜਾਏਗਾ, ਪਰ ਇਹ ਪੜ੍ਹ ਕੇ ਇਹਨਾਂ ਬਾਰੇ ਵੀ ਸਮਝ ਆ ਜਾਏਗੀ। ਮਹਾਰਾਜ ਕਹਿੰਦੇ ਤੈਨੂੰ ਕਿੱਥੇ ਭੱਜਣ ਦੀ ਲੋੜ ਨਹੀਂ, ਤੂੰ ਗੁਰੂ ਦੀ ਬਾਣੀ ਪੜ੍ਹ, ਸੁਣ ਕੇ ਹੀ ਇਹਨਾਂ ਦਾ ਗਿਆਨ ਲੈ ਲਏਗਾ। ਕਿਉਂਕਿ ਇਹ ਨਾਮ ਦੇ ਮੁਕਾਬਲੇ ਸਭ ਚੀਜ਼ਾਂ ਮਹਾਰਾਜ ਕਹਿੰਦੇ ਨੇ ਜਿੰਨੇ ਵੇਦ ਗ੍ਰੰਥ ਨੇ ਇਹ ਵਾਲੇ ਹੈ ਪੂਜਨਿਕ ਨੇ, ਉਹਨਾਂ ਦਾ ਧਰਮ ਹੈ ਪੂਜਨ, ਪਰ ਨਾਮ ਦੇ ਮੁਕਾਬਲੇ ਇਹਨਾਂ ਦੀ ਬਰਾਬਰੀ ਨਹੀਂ ਹੈ। ਪੂਜਸ ਨਾ ਹੀ ਬਰਾਬਰੀ ਨਹੀਂ ਹੈ। ਹਰ ਹਰੇ ਨਾਨਕ ਨਾਮ ਅਮੋਲ, ਉਹ ਅਮੋਲ ਹੈ ਨਾਮ। ਤੋਂ ਮਹਾਰਾਜ ਕਹਿੰਦੇ ਨੇ ਫੇਰ ਨਾਨਕ ਭਗਤਾਂ ਸਦਾ ਵਿਗਾਸ, ਭਗਤਾਂ ਬਿੰਦੀ ਲਾਣੀ। ਇੱਕ ਬੰਦਾ ਹੋਏ ਭਗਤ ਕਹੀਦਾ, ਜ਼ਿਆਦਾ ਨੂੰ ਸੰਬੋਧਿਤ ਕਰ ਰਹੇ ਨੇ। ਜਦ ਤੁਸੀਂ ਇੰਨੀਆਂ ਗੱਲਾਂ ਸੁਣ ਲਈਆਂ ਕਿ ਭਾਈ ਨਾਮ ਨਾਲ ਇਹ ਵੀ ਪਤਾ ਲੱਗ ਜਾਂਦਾ ਈਸ਼ਰ ਬ੍ਰਹਮਾ ਇੰਦਰ ਬਾਰੇ ਪਤਾ ਲੱਗ ਜਾਂਦਾ, ਇਹਨਾਂ ਦੀਆਂ ਹਰਕਤਾਂ ਬਾਰੇ ਵੀ ਪਤਾ ਲੱਗ ਜਾਂਦਾ, ਇਹਨਾਂ ਨੇ ਕੀ ਕੀ ਵਿਕਾਰ ਕਮਾਏ ਉਹ ਵੀ ਸਾਨੂੰ ਗੁਰਬਾਣੀ ਵਿੱਚੋਂ ਪਤਾ ਲੱਗ ਜਾਂਦਾ। ਪੜ੍ਹ ਕੇ ਆਉਂਦੇ ਆ ਨਾ, ਜਦੋਂ ਸਵਈਏ ਪੜ੍ਹੇ ਨੇ, ਮਾਨਵ ਇੰਦਰ ਗਜਨ ਨਰਾਦਵ ਜੋਨ ਤੇ ਲੋਕ ਰਾਜ ਕਰੇਂਗੇ, ਕੋਟ ਇਸ਼ਨਾਨ ਗਜਾਤਕ ਦਾਨ ਅਨੇਕ ਸੋਮਬਰ ਸਾਜ ਬਰੇਂਗੇ। ਹੁਣ ਪੜੋ ਬ੍ਰਹਮ ਮੇਸ਼ਰ ਵਿਸ਼ਨ ਸੱਚੀ ਪਤ, ਅੰਤ ਫਸੇ ਜਮ ਫਾਸ ਪਰੇਂਗੇ। ਜਿਹੜੀ ਫਾਈਆਂ ਦੇ ਵਿੱਚ, ਜਮਾਂ ਦੀ ਫਾਈਆਂ ਦੇ ਵਿੱਚ ਅੰਤ ਸਮੇਂ ਬ੍ਰਹਮਾ ਵੀ ਪਿਆ ਵੇ, ਵਿਸ਼ਨੂੰ ਵੀ ਪਿਆ, ਇੰਦਰ ਵੀ ਪਿਆ ਵੇ। ਮਹਾਰਾਜ ਕਹਿੰਦੇ ਨੇ ਬ੍ਰਹਮਾ ਇੰਦਰ ਉਪਿੰਦਰ ਬਣਾਏ, ਬ੍ਰਹਮਾ ਵਿਸ਼ਨੂੰ ਅੰਤ ਨਹੀਂ ਪਾਇਓ। ਇਹਨਾਂ ਨੇ ਵੀ ਅੰਤ ਨਹੀਂ ਪਾਇਆ ਪਰਮਾਤਮਾ ਦਾ। ਤੇ ਇਸ ਬਾਰੇ ਵੀ ਗਿਆਨ ਹੋ ਗਿਆ। ਤੇ ਜਿਹੜੇ ਭੈੜੇ ਮਨੁੱਖ ਸੀ ਉਹ ਵੀ ਮੁੱਖੋਂ ਸਲਾਹਣ ਲੱਗ ਪਏ। ਉਹਦਾ ਵੀ ਉਦਾਹਰਨ ਅਸੀਂ ਸੱਜਣ ਠੱਗ ਦਾ ਵੀ ਲੈ ਲਈਏ, ਵਾਲਮੀਕੀ ਦਾ ਵੀ ਲੈ ਲਈਏ, ਭਾਵੇਂ
ਭੂਮੀਏ ਚੋੜ ਦਾ ਵੀ ਲੈ ਲਈਏ। ਤਾਂ ਮਹਾਰਾਜ ਕਹਿੰਦੇ ਨੇ ਜੋ ਜੁਗਤ ਤਨ ਭੇਦ, ਤਨ ਦੇ ਭੇਦਾਂ ਬਾਰੇ ਵੀ ਸਾਨੂੰ ਇਹ ਗਿਆਨ ਹੋ ਜਾਂਦਾ ਹੈ। ਤੇ ਸਿਮਰਤੀਆਂ, ਸ਼ਾਸਤਰ, ਵੇਦ, ਇਹਨਾਂ ਬਾਰੇ ਵੀ ਪਤਾ ਲੱਗ ਜਾਂਦਾ ਵੀ ਨਾਨਕ ਨਾਮ ਅਮੋਲ। ਉਹ ਨਾਮ ਅਮੋਲ ਹੈ, ਇਹਨਾਂ ਸੁਣਨ ਤੋਂ ਹੀ ਪਤਾ ਲੱਗਿਆ ਨਾ। ਨਹੀਂ ਤੇ ਮੈਂ ਤੇ ਹਰ ਜਗ੍ਹਾ ਮੱਥਾ ਟੇਕ ਰਿਹਾ ਸੀ। ਮੈਂ ਤੇ ਕੋਈ ਵੇਖਦਾ ਸੀ, ਕੋਈ ਮਸਾਨ ਵੇਖਦਾ ਸੀ, ਮੜੀ ਵੇਖਦਾ ਸੀ, ਸਮਾਧ ਵੇਖਦਾ ਸੀ, ਮੈਂ ਝੁਕ ਜਾਂਦਾ ਸੀ। ਪਰ ਜਦੋਂ ਗੁਰੂ ਨੇ ਮੈਨੂੰ ਬਿਠਾ ਕੇ ਕੋਲ ਇੱਕ ਮੈਨੂੰ ਗੱਲ ਦੱਸੀ ਵੀ ਨਾਮ ਦੇ ਮੁਕਾਬਲੇ ਕੁਛ ਵੀ ਨਹੀਂ ਨੇ, ਇਹ ਸਭ ਕੂੜ ਕਿਰਿਆ ਉਰਜਿਓ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਸਭ ਕੂੜ ਕਿੜੀਆਂ ਨੇ, ਤੈਨੂੰ ਕਿਸੇ ਅੱਗੇ ਝੁਕਣ ਦੀ ਲੋੜ ਨਹੀਂ। ਤੂੰ ਉਹਨੇ ਅੱਗੇ ਝੁਕ ਜਿੰਨੇ ਸਭ ਨੂੰ ਝੁਕਾਇਆ ਹੋਇਆ ਹੈ, ਭਾਵ ਕਿ ਜਿੰਨੇ ਸਭ ਨੂੰ ਬਣਾਇਆ ਹੋਇਆ ਹੈ। ਇਹਨੇ ਪੈਦਾ ਕੀਤੇ ਨੇ ਕਰੋੜਾਂ ਇੰਦਰ ਨੇ। ਕਿਹੜੇ ਇੰਦਰ ਨੂੰ ਜਪੇਗਾ? ਕੋਟ ਇੰਦਰ ਉਪਿੰਦਰ ਬਣਾਏ। ਹੁਣੇ ਪੜ ਗਿਆ ਨਾ ਤੋ ਪ੍ਰਸਾਦ ਚੁਪਈ ਅਕਾਲ ਉਸਤਤ ਵਿੱਚੋਂ, ਪਰਨੋ ਆਦਿ ਕੰਕਾਰਾ ਜਲਥਾ ਮੀਆ ਕਿ ਵਿਸਾਰਾਤ ਪੁਰਖ ਅਬਗਦਨਾਸੀ ਲੋਕ ਚਤਰ ਜੋਤ ਪ੍ਰਕਾਸ਼ੀ ਹਸ ਕੀਟ ਕੇ ਬੀਜ ਸਮਾਨਾ। ਇਹਦੇ ਚ ਪੜੋ, ਆਂਦਾ ਨਾ ਕੋਟ ਇੰਦਰ ਉਪਿੰਦਰ ਬਣਾਏ। ਕਰੋੜਾਂ ਇੰਦਰ ਨੇ, ਕਿਹੜੇ ਇੰਦਰ ਨੂੰ ਮੰਨੇਗਾ ਹੁਣ? ਤਾਂ ਮਹਾਰਾਜ ਇੱਥੇ ਇਹ ਕਹਿ ਰਹੇ ਨੇ ਕਿ ਇਹਨਾਂ ਦਾ ਗਿਆਨ ਤੈਨੂੰ ਨਾਮ ਸੁਣ ਕੇ ਹੋ ਜਾਏਗਾ, ਤੈਨੂੰ ਜਾਣ ਦੀ ਲੋੜ ਹੀ ਨਹੀਂ ਕਿਤੇ। ਮਹਾਰਾਜ ਕਹਿੰਦੇ ਮੈਂ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਤਾਂ ਇਸ ਕਰਕੇ ਮਹਾਰਾਜ ਲਾਸਟ ਵਿੱਚ ਕਹਿ ਰਹੇ ਨਾਨਕ ਭਗਤਾਂ, ਉਹ ਫਿਰ ਕੀ ਬਣ ਜਾਂਦਾ ਜਦੋਂ ਤੁਸੀਂ ਇਹ ਗੱਲਾਂ ਸੁਣੇਗਾ ਸਾਰੀਆਂ? ਉਹ ਭਗਤ ਬਣ ਜਾਏਗਾ। ਤੇ ਉਸ ਭਗਤਾਂ ਦੇ ਵਾਸਤੇ ਮਹਾਰਾਜ ਕਹਿੰਦੇ ਨੇ ਜਿਹੜਾ ਨਾਮ ਨੂੰ ਧਿਆਨ ਨਾਲ ਸੁਣੇਗਾ। ਨਾਨਕ ਭਗਤਾਂ ਸਦਾ ਵਿਕਾਸ, ਸਦਾ ਹੀ ਵਿਕਾਸ ਖੇੜਾ ਰਹੇਗਾ, ਸਦਾ ਹੀ ਆਤਮਿਕ ਅਵਸਥਾ ਉਹਦੀ ਉੱਚੀ ਰਹੇਗੀ। ਤੇ ਕੀ ਹੋਏਗਾ ਫਿਰ? ਹੁਣ ਮਹਾਰਾਜ ਨੇ ਫੈਸਲਾ ਦੇ ਦਿੱਤਾ, ਕਿਉਂਕਿ ਪੌੜੀ ਦਾ ਤੱਤ ਸਾਰ ਹੈ ਨਾ, ਜੋ ਕਨਕਲੂਜ਼ਨ ਹੈ, ਜਿਹੜਾ ਸੈਂਟਰ ਆਈਡੀਆ ਹੈ, ਉਹ ਲਾਸਟ 'ਚ ਮਹਾਰਾਜ ਦੱਸਦੇ ਨੇ। ਪੌੜੀ ਦੇ ਵਿੱਚ ਸ਼ਬਦ ਵਿੱਚ ਰਹਾਉ ਦੀ ਪੰਕਤੀ ਦੱਸਦੇ ਨੇ, ਤੇ ਪੌੜੀ ਦੇ ਅਖੀਰ ਵਿੱਚ ਮਹਾਰਾਜ ਕਹਿੰਦੇ ਨੇ ਫਿਰ ਜਿਹੜਾ ਉਹਨਾਂ ਦੇ ਅੰਦਰ ਖੇੜਾ ਹੀ ਨਹੀਂ ਹੋਏਗਾ, ਖਾਲੀ ਸੁਣਿਆ, ਸੁਣਨ ਕਰਕੇ ਦੁੱਖ ਪਾਪ ਕਾ ਨਾਸ, ਦੁੱਖਾਂ ਦਾ, ਪਾਪਾਂ ਦਾ, ਉਹਦਾ ਨਾਸ਼ ਹੋ ਜਾਏਗਾ। ਕਿਉਂਕਿ ਉਹਨੂੰ ਸਮਝ ਆ ਗਈ ਕਿ ਸੰਸਾਰ ਵਿੱਚ ਸਾਰੇ ਭਿਖਾਰੀ ਨੇ, ਕੋਈ ਦੇਣ ਵਾਲਾ ਨਹੀਂ। ਮੰਗੂ ਕਾਹੇ ਰੰਕ ਸਭ ਦੇਖੂੰ, ਭਗਤ ਕਬੀਰ ਜੀ ਪੜੀ ਦਾ। ਦਰਮਾਨ ਦੇ ਠਾਂਡੇ ਦਰਬਾਰ ਤੋਂ ਬਿਨ ਸੁਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ, ਤੁਮ ਤਾਂ ਧਨੀ ਉਦਾਰ ਤਿਆਗੀ, ਸਰਵਨ ਸੁਣੀਏ ਸੁਜੇ ਸੁਮਾਰ। ਮਾਰੇ ਕਹਿੰਦੇ ਨੇ ਮੰਗੂ ਕਾਹੇ ਰੰਕ ਸਭ ਦੇਖੂੰ, ਤੁਮੀ ਤੇ ਮੇਰੋ ਨਿਸਤਾਰ। ਮੈਂ ਕਿਹਦੇ ਕੋਲੋਂ ਮੰਗਾ? ਮਨ ਤੇ ਸਾਰੇ ਭਿਖਾਰੀ ਲੱਗਦੇ ਨੇ। ਜਿਹੜਾ ਵੱਡਾ ਦਾਣੀ ਉਹ ਵੱਡਾ ਭਿਖਾਰੀ ਹੈ, ਮੈਂ ਕਿਹਦੇ ਕੋਲ ਮੰਗਾ? ਤੁਮੀ ਤੇ ਮੇਰੋ ਨਿਸਤਾਰ, ਜੈ ਦਿਓ ਨਾਮਾ ਬਿਪ ਸੁਦਾਮਾ, ਤਿਨ ਕੋ ਕਿਰਪਾ ਭਈ ਅਪਾਰ। ਕਹਿ ਕਬੀਰ ਤੁਮ ਸਮਰੰਥ ਦਾਤੇ, ਚਾਰ ਪਦਾਰਥ ਦੇਥ ਨਾ ਬਾਰ। ਤੂੰ ਤੇ ਬੜਾ ਵੱਡਾ ਦਾਤਾ ਹੈ, ਤੇਰੇ ਤੋਂ ਵੱਡਾ ਸਭਨਾ ਜੀਆਂ ਕਾ ਇੱਕ ਦਾਤਾ। ਸੋਮੇ ਵਿੱਚ ਸਾਰਾ ਪੜ੍ਹ ਕੇ ਆ ਰਹੇ ਹਾਂ ਮਹਾਰਾਜ, ਉਸੇ ਗੱਲਾਂ ਨੂੰ ਦ੍ਰਿੜ ਕਰਾ ਰਹੇ ਨੇ, ਔਰ ਅਖੀਰ ਵਿੱਚ ਇਹੀ ਫੈਸਲਾ ਦੇ ਰਹੇ ਨੇ ਭਾਈ ਉਹਨਾਂ ਦੇ ਸਾਰੇ ਦੁੱਖ ਪਾਪ ਉਹ ਭਗਤ ਬਣ ਜਾਂਦੇ ਨੇ। ਉਹਨਾਂ ਦੇ ਅੰਦਰ ਸਦਾ ਹੀ ਖੇੜਾ ਰਹਿੰਦਾ ਹੈ। ਉਹ ਕਦੀ ਹੱਸਣਾ ਰੋਣਾ ਉਹ ਸਭ ਹੁਣ ਇੱਕੋ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਉਹ ਸਦਾ ਹੀ ਖੇੜੇ 'ਚ ਰਹਿੰਦੇ ਨੇ। ਤਾਂ ਸੁਣਿਆ ਦੁੱਖ ਪਾਪ ਕਾ ਨਾਸ਼, ਉਹਨਾਂ ਦੇ ਦੁੱਖ ਪਾਪ ਸਭ ਨਾਸ਼ ਖਤਮ ਹੋ ਜਾਂਦੇ ਨੇ, ਔਰ ਉਹਨਾਂ ਨੂੰ ਪਦਵੀ ਮਿਲ ਜਾਂਦੀ ਹੈ ਭਗਤ ਦੀ, ਜੋ ਤੁਸੀਂ ਪ੍ਰਾਪਤ ਕਰ ਰਹੇ ਹੋ। ਗੁਰੂ ਨਾਨਕ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰਨ। ਗਾਵਿਆ ਸੁਣਿਆ ਸਾਡਾ ਪ੍ਰਵਾਨ ਹੋਵੇ। ਹੁਣ ਮਹਾਰਾਜ ਕਿਰਪਾ ਕਰਨ, ਅਗਲੀ ਪੌੜੀ ਵਿੱਚ ਫਿਰ ਕੀ ਕੀ ਬਖਸ਼ਿਸ਼ਾਂ ਕਰ ਰਹੇ ਹਨ ਅਸੀਂ ਫਿਰ ਵਿਚਾਰਨ ਦਾ ਯਤਨ ਕਰਾਂਗੇ। ਇਹ ਉਹਦਾ ਤਰਸ ਹੋਏਗਾ, ਸਾਡੇ ਮਿਹਰ ਭਰਿਆ ਹੱਥ ਰੱਖਣ, ਅਸੀਂ ਫਿਰ ਰੂਬਰੂ ਹੋਵਾਂਗੇ। ਇਤਨੀ ਸੇਵਾ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।